आओ मेरे प्यारे बच्चों, ਆਪਾਂ किताब वेलकम लाइफ ਦਾ ਅੱਗੇ ਪਾਠ ਪੜ੍ਹਦੇ ਹਾਂ। ਇੱਥੇ ਲਿਖਿਆ ਹੋਇਆ ਹੈ ਫॉर द टीचर, यानी कि अध्यापक ਲਈ। ਕੀ ਲਿਖਿਆ ਹੈ ਮੈਂ ਪੜ੍ਹ ਕੇ ਦੱਸਦੀ ਹਾਂ। The teacher will recite the poem at first. ਅਧਿਆਪਕ ਪਹਿਲਾਂ ਕਵਿਤਾ ਸੁਣਾਣਗੇ। पोएम यानी कि जिहड़ी कविता आपां पढ़ांगे वो सुनाणगे। Then by showing some pictures related to the poem, the teacher will try to explain the word meanings to the students through pictures. फिर कविता नाल संबंधित कुछ तस्वीरां दिखा के अध्यापक तस्वीरां राही विद्यार्थियों नूं शब्द ते उदा मतलब दा अर्थ समझाउण दी कोशिश करनगे। The teacher will correlate these two situations and by doing this explain to students about the importance of homes. अध्यापक ਇਹਨਾਂ ਦੋਹਾਂ ਤਸਵੀਰਾਂ ਜਿਹੜੀਆਂ ਆਪਾਂ ਪਿਛਲੀ ਕਲਾਸ 'ਚ ਕੀਤੀਆਂ ਸੀ, ਮੈਂ ਤੁਹਾਨੂੰ ਫੇਰ ਦਿਖਾ ਦਿੰਨੀ ਆ। ਆਪਾਂ ਪਿਛਲੀ ਕਲਾਸ 'ਚ ਦੇਖਿਆ ਸੀ ਇੱਕ ਬੱਚਾ ਬਿਨਾਂ ਛੱਤ ਦੇ ਸੋ ਰਿਹਾ ਹੈ, ਇੱਕ ਬੱਚਾ ਬਿਸਤਰ ਤੇ ਸੋ ਰਿਹਾ ਹੈ, ਇੱਕ ਆਲਣੇ ਵਿੱਚ ਅੰਡੇ ਪਏ ਨੇ, ਇੱਕ ਆਲਣੇ ਵਿੱਚ ਪੰਛੀ ਵੀ ਹੈ ਤੇ ਉਹ ਆਪਣੇ ਬੱਚੇ ਦਾ ਵੀ ਧਿਆਨ ਰੱਖ ਰਿਹਾ। ਠੀਕ ਹੈ ਬੱਚਿਓ, ਤੇ ਹੁਣ ਮੈਂ ਸਮਝਾਉਂਦੀ ਆ ਇੱਥੇ ਕੀ ਕਿਹਾ ਗਿਆ ਹੈ। ਅਧਿਆਪਕ ਇਹਨਾਂ ਦੋਹਾਂ ਤਸਵੀਰਾਂ ਦਾ ਸਹੀ संबंध रखणगे, ना दोनों स्थितियां दा सही संबंध रखणगे ਅਤੇ ਇਸ ਕਰਕੇ ਵਿਦਿਆਰਥੀਆਂ ਨੂੰ ਘਰ ਦੀ ਮਹੱਤਤਾ ਬਾਰੇ ਸਮਝਾਣਗੇ। ਪਹਿਲਾ ਕੀ ਹੈ? ਬਰਡਸ ਹੈਪੀ ਇਨ ਨੈਸਟ। ਨੈਸਟ ਕੀ ਹੁੰਦਾ ਹੈ? ਆਲਣੇ। ਆਲਣੇ ਵਿੱਚ ਜਿਹੜੇ ਪੰਛੀ ਨੇ ਉਹ ਖੁਸ਼ ਨੇ। ਹੈਲਪਲੈਸ ਬਰਡਸ ਵਿਦਆਊਟ ਨੈਸਟ। ਆਲਣੇ ਤੋਂ ਬਗੈਰ, ਵਿਦਆਊਟ ਯਾਨੀ ਕਿ ਬਗੈਰ, ਆਲਣੇ ਤੋਂ ਬਗੈਰ ਜਿਹੜੇ ਪੰਛੀ ਨੇ ਉਹ ਕਿੱਦਾਂ ਦਾ ਮਹਿਸੂਸ ਕਰਦੇ ਨੇ। Then the teacher will enhance students' love for their home with the help of verbal questions. ਫਿਰ ਅਧਿਆਪਕ ਜ਼ਬਾਨੀ ਪ੍ਰਸ਼ਨ ਦੀ ਸਹਾਇਤਾ ਨਾਲ ਉਹਨਾਂ ਦੇ ਘਰਾਂ ਲਈ ਜਿਹੜੀ ਗੱਲਬਾਤ ਹੈ ਜਾਂ ਫਿਰ ਉਹਨਾਂ ਦੀ ਸੰਕੇਤਤਾ ਵਧਾਣਗੇ ਵੀ ਕਿੰਨਾ ਜ਼ਰੂਰੀ ਹੈ। ਹਰ ਕਿਸੇ ਨੂੰ ਘਰ, ਆਪਾਂ ਘਰ ਵਿੱਚ ਆਪਣੇ ਮੰਮੀ ਪਾਪਾ ਨਾਲ ਰਹਿੰਦੇ ਨੇ, ਉਹ ਬਹੁਤ ਪਿਆਰ ਨਾਲ ਸਾਨੂੰ ਰੱਖਦੇ ਨੇ, ਸਾਨੂੰ ਹਰ ਮੌਸਮ ਤੋਂ ਸਾਡਾ ਘਰ ਬਚਾਉਂਦਾ ਹੈ। ਉਵੇਂ ਹੀ ਪੰਛੀਆਂ ਨੂੰ ਵੀ ਆਲਣਾ ਜਿਹੜਾ ਹੈ ਉਹ ਉਹਨਾਂ ਦਾ ਘਰ ਹੁੰਦਾ ਹੈ ਤੇ ਉਹਨਾਂ ਨੂੰ ਹਰ ਮੁਸੀਬਤ ਤੋਂ ਬਚਾਉਂਦਾ ਹੈ। ਉੱਥੇ ਹੀ ਉਹ ਆਪਣੇ ਅੰਡੇ ਵੀ ਦਿੰਦੇ ਨੇ। ਅੱਗੇ ਵਧਦੇ ਹਾਂ। In order to develop more interest of students, the teacher can perform an activity illustrating loving atmosphere of a home, showing how parents treat their children with love. ਹੁਣ ਇੱਥੇ ਹੁਣ ਉਹ ਇਹ ਵੀ ਹੋ ਸਕਦਾ ਹੈ। ਫਿਰ ਅਧਿਆਪਕ ਜਿਹੜੇ ਨੇ ਉਹ ਦੱਸਣਗੇ ਵੀ ਕਿੰਨਾ ਜ਼ਰੂਰੀ ਹੈ, ਇੱਕ ਕਾਰਜ ਕਰਕੇ ਦੱਸਣਗੇ। ਕਿਸੇ ਵੀ ਗਤੀਵਿਧੀ ਨੂੰ ਕਰਦੇ ਹੋਏ, ਐਕਟੀਵਿਟੀ ਦਾ ਮਤਲਬ ਹੁੰਦਾ ਹੈ ਬੱਚਿਓ ਕਿਸੇ ਵੀ ਗਤੀਵਿਧੀ। ਠੀਕ ਹੈ, ਕੋਈ ਵੀ ਕਾਰਜ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਨਗੇ ਤੁਹਾਡੇ ਅਧਿਆਪਕ ਕਿ ਕਿੰਨਾ ਜ਼ਰੂਰੀ ਹੈ ਘਰ ਵਿੱਚ ਪਿਆਰ ਹੋਣਾ ਤੇ ਕਿਸ ਤਰੀਕੇ ਨਾਲ ਤੁਸੀਂ ਆਪਣੇ ਮਾਪਿਆਂ ਦੀ ਇੱਜ਼ਤ ਕਰੋ ਤੇ ਤੁਹਾਡੇ ਮਾਪੇ ਜਿਹੜੇ ਹੈਗੇ ਆ ਉਹ ਤੁਹਾਡਾ ਧਿਆਨ ਰੱਖਣਗੇ। ਦੁਬਾਰਾ ਦੱਸਦੀ ਹਾਂ, ਵਿਦਿਆਰਥੀਆਂ ਦੀ ਵਧੇਰੇ ਰੁਚੀ ਵਿੱਚ बढ़ोतरी ਕਰਨ ਲਈ ਅਧਿਆਪਕ ਕਿਸੇ ਗਤੀਵਿਧੀ ਨੂੰ ਪ੍ਰਦਰਸ਼ਿਤ ਕਰ ਸਕਦੇ ਨੇ ਜਿਸ ਨੂੰ ਘਰ ਦੇ ਪਿਆਰ ਭਰੇ ਮਾਹੌਲ ਨੂੰ ਦਰਸਾਇਆ ਜਾਏਗਾ, ਜਿਸ ਵਿੱਚ ਮਾਪੇ ਆਪਣੇ ਬੱਚਿਆਂ ਨਾਲ ਪਿਆਰ ਨਾਲ ਕਿਵੇਂ ਪੇਸ਼ ਆਉਂਦੇ ਨੇ ਉਹ ਦਿਖਾਇਆ ਜਾਏਗਾ। To make the conversation more elaborate, the teacher can present it in a dramatic form. ਗੱਲਬਾਤ ਨੂੰ ਵਧੇਰੇ ਵਿਸਤਾਰਪੂਰਕ ਬਣਾਉਣ ਲਈ ਅਧਿਆਪਕ ਇਸ ਨੂੰ ਨਾਟਕੀ ਰੂਪ ਵਿੱਚ ਪੇਸ਼ ਕਰ ਸਕਦੇ ਨੇ।
ਡਰਾਮੈਟਿਕ ਦਾ ਮਤਲਬ ਨਾਟਕੀ ਰੂਪ। ਜੇ ਅਸੀਂ ਆਪਣੇ ਮਾਪਿਓ ਨਾਲ ਰਹਿੰਦੇ ਨੇ, ਜੇ ਆਪਾਂ ਇਕੱਲੇ ਰਵਾਂਗੇ ਤਾਂ ਸਾਨੂੰ ਕਿੰਨਾ ਨੁਕਸਾਨ ਹੈ, ਸਾਨੂੰ ਕੋਈ ਵੀ ਆ ਕੇ ਕੁਝ ਵੀ ਕਹਿ ਸਕਦਾ ਹੈ, ਸਾਨੂੰ ਚੁੱਕ ਕੇ ਕਿਸੇ ਗਲਤ ਕੰਮ ਲਾ ਸਕਦਾ ਹੈ। ਤਾਂ ਇਸੇ ਲਈ ਕਿੰਨਾ ਜ਼ਰੂਰੀ ਹੈ ਮਾਪਿਆਂ ਦੇ ਨਾਲ ਘਰ ਵਿੱਚ ਖੁਸ਼ੀ ਨਾਲ ਰਹਿਣਾ। ਅੱਗੇ ਪੜ੍ਹਦੇ ਹਾਂ। I go to school every day। ਬੱਚਿਓ, ਇਹ ਤੋਂ ਪਹਿਲਾਂ ਮੈਂ ਆਹੀ ਕਹਿਣਾ ਚਾਹਾਂਗੀ ਕਿ ਜਿਹੜੇ ਪੰਛੀ ਅੰਡੇ ਦੇ ਕੇ ਉੜ ਜਾਂਦੇ ਨੇ ਜਾਂ ਮਰ ਜਾਂਦੇ ਨੇ, ਉਹਨਾਂ ਦੇ ਅੰਡੇ ਇੰਜੀ ਪਏ ਰਹਿੰਦੇ ਨੇ, ਕੋਈ ਸੱਪ ਚੱਕ ਲੈਂਦਾ ਹੈ, ਕਦੇ ਕੋਈ ਹੋਰ ਆ ਕੇ ਖਾ ਲੈਂਦਾ। ਸੱਪ ਅੰਡੇ ਖਾਂਦੇ ਨੇ ਪੰਛੀਆਂ ਦੇ। ਤੇ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਰੱਬ ਦਾ ਵੀ, ਅਸੀਂ ਆਪਣੇ ਮਾਪਿਆਂ ਨਾਲ ਜਿਹੜੇ ਸਾਡਾ ਧਿਆਨ ਰੱਖਦੇ ਨੇ, ਉਹਨਾਂ ਨਾਲ ਰਹਿੰਦੇ ਨੇ, ਜਿਵੇਂ ਅੰਡੇ ਪੰਛੀਆਂ ਨਾਲ ਰਹਿੰਦੇ ਨੇ ਤੇ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਦੇ ਨੇ। I go to school every day। ਮੈਂ ਰੋਜ਼, every day ਦਾ ਮਤਲਬ ਹੁੰਦਾ ਹੈ ਰੋਜ਼, ਸਕੂਲ ਜਾਂਦਾ ਹਾਂ। ਚਲੋ ਪਹਿਲਾਂ ਪੋਇਮ ਪੜ੍ਹਦੇ ਹਾਂ। I go to school every day। I read my lessons beautifully। There are so many flowers in my school। There are so many trees in my school। We dance and we sing। We play a lot together। चलो बच्चों, मैं समझांदी हां। मैं रोज स्कूल जांदा हां। मैं रोज स्कूल जांदा हां। मैं अपने पाठ वधिया तरीके नाल पढ़दा हां। There are so many flowers in my school। ਇੱਥੇ ਬਹੁਤ ਸਾਰੇ ਫੁੱਲ ਨੇ। There are so many trees in my school। ਮੇਰੇ ਸਕੂਲ ਵਿੱਚ ਬਹੁਤ ਰੁੱਖ ਵੀ ਹੈਗੇ ਨੇ, ਫੁੱਲ ਵੀ ਹੈਗੇ ਨੇ। ਫਲਾਵਰਸ ਯਾਨੀ ਕਿ ਫੁੱਲ, ਰੁੱਖ, trees। We dance and we sing। We play a lot together। ਅਸੀਂ ਨੱਚਦੇ ਹਾਂ ਅਤੇ ਗਾਉਂਦੇ ਹਾਂ। ਅਸੀਂ ਸਕੂਲ ਜਾ ਕੇ ਨੱਚਦੇ, ਟੱਪਦੇ, ਗਾਉਂਦੇ ਹਾਂ। ਅਸੀਂ ਇਕੱਠੇ, ਟੁਗੇਦਰ ਯਾਨੀ ਕਿ ਇਕੱਠੇ, ਬਹੁਤ ਖੇਡਦੇ ਹਾਂ। ਠੀਕ ਹੈ ਬੱਚਿਓ, ਪਲੇ ਦਾ ਮਤਲਬ ਹੁੰਦਾ ਹੈ ਖੇਡਣਾ, ਤੇ ਅਸੀਂ ਇਕੱਠੇ ਬਹੁਤ ਜ਼ਿਆਦਾ ਖੇਡਦੇ ਹਾਂ। ਮੈਂ ਫੇਰ ਤੋਂ ਇੱਕ ਵਾਰ ਪੜ੍ਹ ਕੇ ਦੱਸ ਦਿੰਦੀ ਹਾਂ। I go to school every day। I read my lessons beautifully। There are so many flowers in my school। There are so many trees in my school। We dance and we sing। We play a lot together। ਅੱਗੇ ਵਧਦੇ ਹਾਂ। What are the children doing in these pictures। Pictures ਕੀ ਹੁੰਦਾ ਹੈ ਬੱਚਿਓ? ਤਸਵੀਰਾਂ। ਤੇ ਇੱਥੇ ਪੁੱਛਿਆ ਗਿਆ ਹੈ ਇਹਨਾਂ ਤਸਵੀਰਾਂ ਵਿੱਚ ਬੱਚੇ ਕੀ ਕਰ ਰਹੇ ਹਨ। ਪਹਿਲਾਂ ਤੁਸੀਂ ਦੇਖ ਰਹੇ ਹੋ ਇੱਥੇ ਕੀ ਕਰ ਰਹੇ ਨੇ? ਟੀਚਰ ਪੜ੍ਹਾ ਰਹੇ ਨੇ, ਇੱਕ ਵੱਡਾ ਇਨਸਾਨ ਪੜ੍ਹਾ ਰਿਹਾ ਨੇ ਤੇ ਬਾਕੀ ਸਾਰੇ ਕੀ ਕਰ ਰਹੇ ਨੇ? ਪੜ੍ਹ ਰਹੇ ਨੇ। ਤਾਂ ਆਪਾਂ ਲਿਖ ਦਿੰਦੇ ਆ ਸਟੱਡੀ। ਸਾਰੇ ਪੜ੍ਹ ਰਹੇ ਨੇ। ਇੱਥੇ ਕੀ ਕਰ ਰਹੇ ਨੇ? ਹੋਮਵਰਕ ਕਰ ਰਹੇ ਲੱਗਦੇ ਨੇ। ਫੇਰ ਤੋਂ ਕੀ ਕਰ ਰਹੇ ਨੇ? ਆਪਣਾ ਕੰਮ ਕਰ ਰਹੇ ਨੇ, ਹੱਸ ਖੇਡ ਰਹੇ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਖੇਡ ਰਹੇ ਨੇ, ਮੈਨੂੰ ਤਾਂ ਲੱਗਦਾ ਪੜ੍ਹ ਰਹੇ ਨੇ। ABCD ਵੀ ਲਿਖਿਆ ਹੋਇਆ, ਤਾਂ ਇੱਥੇ ਵੀ ਕੀ ਕਰ ਰਹੇ ਨੇ? ਸਟੱਡਿੰਗ। ਜਾਂ ਆਪਾਂ ਇਹ ਕਹਿ ਸਕਦੇ ਹਾਂ ਇੱਥੇ ਕਹਾਣੀ ਸੁਣ ਰਹੇ ਨੇ ਤੇ ਇੱਥੇ ਆਪਣਾ ਹੋਮਵਰਕ ਕਰ ਰਹੇ ਨੇ ਇਸ ਫੋਟੋ 'ਚ। ਠੀਕ ਹੈ ਬੱਚਿਓ, ਅੱਗੇ ਵਧਦੇ ਆ। ਇੱਥੇ ਕੋਈ ਕੁਝ ਸਵਾਲ ਦਿੱਤੇ ਹੋਏ ਨੇ, ਇਕੱਠੇ ਉਹਨਾਂ ਦਾ ਜਵਾਬ ਦਿੰਦੇ ਆ। ਵਰਬਲ ਕੁਐਸਚਨਸ यानी कि मौखिक प्रश्न। पहला प्रश्न, वेयर डू वी गो फॉर स्टडी। असी पढ़ाई लई किथे जांदे हां? स्कूल। आपां पढ़ाई लई स्कूल जांदे हां। दूजा, हैव यू सीन फ्लावर्स इन योर स्कूल।
ਕੀ ਤੁਸੀਂ ਆਪਣੇ ਸਕੂਲ ਵਿੱਚ ਫੁੱਲ ਦੇਖੇ ਹਨ? ਤੁਸੀਂ ਕਹੋਗੇ ਯੈਸ ਸਰ, ਯੈਸ ਮੈਡਮ। ਜੇ ਤੁਹਾਡੇ ਟੀਚਰ ਨੇ ਤਾਂ ਯੈਸ ਮੈਡਮ ਕਹੋਗੇ, ਜੇ ਸਰ ਨੇ ਤਾਂ ਯੈਸ ਸਰ। ਤੀਜਾ, what activities do we perform in our school? ਅਸੀਂ ਆਪਣੇ ਸਕੂਲ ਵਿੱਚ ਕਿਹੜੀਆਂ ਗਤੀਵਿਧੀਆਂ, ਐਕਟੀਵਿਟੀਜ਼ ਨੂੰ ਕਹਿ ਸਕਦੇ ਹਾਂ, ਕਿਹੜੇ ਕੰਮ ਜਾਂ ਕਿਹੜੀਆਂ ਗਤੀਵਿਧੀਆਂ ਕਰਦੇ ਹਾਂ? We study, play, dance, sing. Study ਦਾ ਮਤਲਬ ਆਪਾਂ ਪੜ੍ਹਦੇ ਹਾਂ। ਤੁਸੀਂ ਦੱਸਿਓ ਹੁਣ ਤੁਸੀਂ ਕਿਹੜੀ ਗਤੀਵਿਧੀ ਕਰਦੇ ਹੋ? ਪੜ੍ਹਦੇ ਹੋ। ਪਲੇ ਦਾ ਮਤਲਬ ਤੁਸੀਂ ਖੇਡਦੇ ਹੋ। ਡਾਂਸ ਨੱਚਦੇ ਹੋ ਜਾਂ ਸਿੰਗ ਕਰਦੇ ਹੋ, ਯਾਨੀ ਕਿ ਗਾਉਂਦੇ ਹੋ। ਹੁਣ ਤੁਸੀਂ ਦੱਸਿਓ ਇਹਦੇ ਸਵਾਲ ਦਾ ਜਵਾਬ। ਅਗਲਾ ਸਵਾਲ, who likes to play? ਕੌਣ ਖੇਡਣਾ ਪਸੰਦ ਕਰਦਾ ਹੈ? Everyone, ਹਰ ਕੋਈ ਖੇਡਣਾ ਪਸੰਦ ਕਰਦਾ ਹੈ। ਮੈਨੂੰ ਪਤਾ ਹੈ ਤੁਸੀਂ ਵੀ ਖੇਡਣਾ ਪਸੰਦ ਕਰਦੇ ਹੋ। Any two children go and touch any two trees in the school. ਇਹਦਾ ਮਤਲਬ ਕੋਈ ਵੀ ਦੋ ਬੱਚੇ ਸਕੂਲ ਦੇ ਕਿਸੇ ਵੀ ਦੋ ਰੁੱਖਾਂ ਨੂੰ ਛੂ ਕੇ ਆਓ। ਠੀਕ ਹੈ, ਟਰੀਜ਼ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਰੁੱਖ। ਕਿਹਨਾਂ ਦੋ ਰੁੱਖਾਂ ਨੂੰ ਛੂ ਕੇ ਆਣਾ ਹੈ? ਕਿਹਨਾਂ ਦੋ ਬੱਚਿਆਂ ਨੇ? ਜਾਓ ਭੱਜੋ ਭੱਜੋ, ਕਰੋ ਇਹ ਕੰਮ। ਅਗਲਾ ਸਵਾਲ, who is your best friend in the class? ਜਮਾਤ ਵਿੱਚ, ਕਲਾਸ ਵਿੱਚ ਤੁਹਾਡਾ ਸਭ ਤੋਂ ਚੰਗਾ ਦੋਸਤ ਕੌਣ ਹੈ? ਉਹਦਾ ਨਾਮ ਦੱਸੋ। Look at your best friend with a smile. ਹੁਣ ਅਗਲਾ ਕੰਮ ਕੀ ਹੈ? ਆਪਣੇ ਸਭ ਤੋਂ ਚੰਗੇ ਦੋਸਤ ਨੂੰ ਸਮਾਈਲ ਯਾਨੀ ਕਿ ਮੁਸਕਰਾਹਟ ਨਾਲ ਦੇਖੋ। ਦੇਖ ਲਿਆ? ਅੱਗੇ ਵਧਦੇ ਹਾਂ। Do you like your teachers? ਕੀ ਤੁਸੀਂ ਆਪਣੇ ਅਧਿਆਪਕ ਨੂੰ ਪਸੰਦ ਕਰਦੇ ਹੋ? ਯੈਸ ਜਾਂ ਨੋ ਚ ਜਵਾਬ ਦਿਓ, ਹਾਂ ਜਾਂ ਨਾ। Is it good to damage anything of a school? ਹੁਣ ਤੁਸੀਂ ਦੱਸੋ, ਕੀ ਸਕੂਲ ਦੀ ਕਿਸੇ ਵੀ ਚੀਜ਼ ਨੂੰ ਨੁਕਸਾਨ ਪਹੁੰਚਾਉਣਾ ਚੰਗੀ ਗੱਲ ਹੈ? ਦੱਸਿਓ ਜ਼ਰੂਰ ਫਿਰ ਤੋਂ, ਹਾਂ ਜਾਂ ਨਾ, ਯੈਸ ਜਾਂ ਨੋ ਚ। ਅਗਲਾ, do you all like your school? ਕੀ ਤੁਸੀਂ ਸਾਰੇ ਆਪਣੇ ਸਕੂਲ ਨੂੰ ਪਸੰਦ ਕਰਦੇ ਹੋ ਜਾਂ ਨਹੀਂ ਕਰਦੇ? ਇਹਦਾ ਆਨਸਰ ਵੀ ਯੈਸ ਜਾਂ ਨੋ ਚ ਦਿਓ। ਠੀਕ ਹੈ ਬੱਚਿਓ। ਹੁਣ ਟੀਚਰ ਲਈ ਕੀ ਹੈਗਾ ਹੈ? ਫॉर ਦ ਟੀਚਰ, ਅਧਿਆਪਕ ਲਈ। ਹੁਣ ਅਧਿਆਪਕ ਕੀ ਕਰਨਗੇ? The teacher will recite the poem at first. ਅਧਿਆਪਕ ਪਹਿਲਾਂ ਕਵਿਤਾ ਸੁਣਾਣਗੇ। Then by showing some pictures related to the poem, the teacher will try to explain the word meanings to the students through pictures. ਫਿਰ ਕਵਿਤਾ ਨਾਲ ਸੰਬੰਧਿਤ ਕੁਝ ਤਸਵੀਰਾਂ ਦਿਖਾ ਕੇ ਅਧਿਆਪਕ ਤਸਵੀਰਾਂ ਰਾਹੀਂ ਵਿਦਿਆਰਥੀਆਂ ਨੂੰ ਸ਼ਬਦ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕਰਨਗੇ। Then the teacher will try to enhance students' love towards school through verbal questions. ਤਦ ਅਧਿਆਪਕ ਜ਼ਬਾਨੀ ਪ੍ਰਸ਼ਨਾਂ ਰਾਹੀਂ ਸਕੂਲ ਪ੍ਰਤੀ ਵਿਦਿਆਰਥੀਆਂ ਦੇ ਪਿਆਰ ਨੂੰ ਵਧਾਉਣ ਦੀ ਕੋਸ਼ਿਸ਼ ਕਰਨਗੇ। The teacher will act as a guide and direct all students to take a round of the whole school in the end. ਫਿਰ ਕੀ ਹੋਏਗਾ? ਅਧਿਆਪਕ ਇੱਕ ਮਾਰਗਦਰਸ਼ਕ ਵਜੋਂ ਕੰਮ ਕਰਨਗੇ ਅਤੇ ਸਾਰੇ ਵਿਦਿਆਰਥੀਆਂ ਨੂੰ ਅੰਤ ਵਿੱਚ ਪੂਰੇ ਸਕੂਲ ਦਾ ਚੱਕਰ ਲਗਵਾਉਣ ਲਈ ਨਿਰਦੇਸ਼ ਦੇਣਗੇ। The teacher will take students to each and every part of the school.
ਅਧਿਆਪਕ ਵਿਦਿਆਰਥੀਆਂ ਨੂੰ ਸਕੂਲ ਦੇ ਹਰੇਕ ਹਿੱਸੇ ਵਿੱਚ ਲੈ ਕੇ ਜਾਣਗੇ ਤੁਹਾਨੂੰ। ਹੁਣ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੈ ਵੀ ਤੁਸੀਂ ਆਪਣਾ ਪੂਰਾ ਸਕੂਲ ਦੇਖਿਆ ਹੋਇਆ ਹੈ, ਵੀ ਤੁਹਾਡੇ ਪ੍ਰਿੰਸੀਪਲ ਕਿੱਥੇ ਬੈਠਦੇ ਨੇ, ਪਲੇਗਰਾਉਂਡ ਕਿੱਥੇ ਹੈ। ਤੁਹਾਡੇ ਟੀਚਰ ਵੀ ਤੁਹਾਨੂੰ ਪਹਿਲਾਂ ਪੋਇਮ ਸੁਣਾਉਣਗੇ ਸਕੂਲ ਬਾਰੇ, ਫਿਰ ਸਕੂਲ ਦੀਆਂ ਗੱਲਾਂ ਕਰਨਗੇ ਤੇ ਫਿਰ ਇੱਕ ਚੱਕਰ ਦਿਵਾਉਣਗੇ, ਦਿਖਾਣਗੇ ਤੁਹਾਡੇ ਸਕੂਲ ਦਾ, ਤੇ ਉਹਦੇ ਚ ਕਿਹੜੇ ਕਿਹੜੇ ਪੌਦੇ ਨੇ, ਕਿਹੜਾ ਕਮਰਾ ਹੈ, ਕਿੱਥੇ ਹੈਗਾ ਹੈ, ਬਾਥਰੂਮ ਕਿੱਥੇ ਹੈ, ਹੱਥ ਕਿੱਥੇ ਧੋਣੇ ਆ, ਤਾਂ ਇਹ ਕੰਮ ਉਹ ਕਰਨਗੇ। ਠੀਕ ਹੈ ਬੱਚਿਓ, ਆਪਾਂ ਅਗਲੀ ਕਲਾਸ ਚ ਮਿਲਾਂਗੇ, ਅਗਲਾ ਪਾਠ ਕਰਾਂਗੇ। ਤਦ ਤੱਕ ਆਪਣਾ ਧਿਆਨ ਰੱਖੋ।